ओके सो सब तो पहला बेटा इंट्रोडक्शन ਦੇ ਵਿੱਚ ਨਿਊਕਲੀਅਰ ਮਾਡਲ ਹੈ ਉਹਦੇ ਵਿੱਚ ਕੀ ਆਂਦਾ ਹੈ ਲਿਕੁਇਡ ਡ੍ਰੌਪ ਮਾਡਲ ਹੁੰਦਾ ਹੈ LDM ਕਹਿੰਦੇ ਇਹਨੂੰ ਸੋ ਲਿਕੁਇਡ ਡ੍ਰੌਪ ਮਾਡਲ ਦੇ ਵਿੱਚ ਕੀ ਆਂਦਾ ਬੇਟਾ ਬਾਈਂਡਿੰਗ એનર્ਜੀ ਕਰਵ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਉਹਦੇ ਐਵਰੇਜਿੰਗ ਇਫੈਕਟ ਹੈ लेकिन ਜਿਹੜੀ ਬਾਈਂਡਿੰਗ એનર્ਜੀ ਕਰਵ ਹੈ ਉਹ ਜਿਹੜੇ ਸਪਾਈਕਸ ਆਉਂਦੇ ਆ ਜਿੱਦਾਂ ਆਕਸੀਜਨ ਹੈ ਹਾਈਲੀ ਸਟੇਬਲ ਹੈ जिस तरह ਤੁਹਾਡੀ ਹੀਲੀਅਮ ਹੋ ਗਈ ਹੈ ਹਾਈਲੀ ਸਟੇਬਲ ਆ ਜਾਂਦਾ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਨਾਈਟ੍ਰੋਜਨ ਆ ਜਾਂਦੀ 14 ਆ ਜਾਂਦਾ ਹੈ ਉਸ ਤੋਂ ਬਾਅਦ ਨਿਓਨ ਆ ਜਾਂਦਾ ਹੈ ਤਾਂ ਤੁਹਾਡੇ ਕੋਲ ਸਪਾਈਕਸ ਆਉਂਦੀਆਂ ਨਿਊਕਲੀਅਸ ਦੇ ਵਿੱਚ ਬੈਰੀਲੀਅਮ ਦੀ ਸਪਾਈਕ ਆਉਂਦੀ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਆਕਸੀਜਨ ਦੀ ਜਿਹੜੀ ਸਪਾਈਕਸ ਆਉਂਦੀਆਂ ਤੁਹਾਡੇ ਕੋਲ ਐਕਸਟਰਾ ਸਟੇਬਲ ਨਿਊਕਲੀਅਸ ਹੈ ਜਿਹਦੀ ਉਹਨਾਂ ਦੀ ਬਾਈਂਡਿੰਗ એનર્ਜੀ ਹੈ ਉਹਨੂੰ ਐਕਸਪਲੇਨ ਨਹੀਂ ਕਰ ਪਾਉਂਦਾ ਜਿਹੜੀ ਬਾਈਂਡਿੰਗ એનર્ਜੀ ਕਰਵ ਹੈ ਤੁਸੀਂ ਪਹਿਲਾਂ ਵੀ ਪੜ੍ਹ ਚੁੱਕੇ ਹੋ BSc ਦਾ ਪਾਰਟ ਹੈ ਮੇਰਾ ਸੋ ਨਿਊਕਲੀਅਰ ਮਾਡਲ ਜਿਹੜਾ ਲਿਕੁਇਡ ਡ੍ਰੌਪ ਮਾਡਲ ਹੈ ਉਹ ਤੁਹਾਡੀਆਂ ਬਾਈਂਡਿੰਗ એનર્ਜੀ ਤੋਂ ਇਲਾਵਾ ਜਿਹੜੇ ਮੈਜਿਕ ਨੰਬਰ ਹੈ ਨਿਊਕਲੀਅਸ ਜਿਹੜੇ ਹੈ ਉਹ ਐਕਸਪਲੇਨ ਨਹੀਂ ਕਰ ਪਾਉਂਦਾ ਜਿਸ ਤਰ੍ਹਾਂ ਮੈਜਿਕ ਨੰਬਰ 2 ਹੋ ਗਿਆ whether it is a proton number or neutron number or something ਜਿਹਨੂੰ ਆਪਾਂ ਨਿਊਕਲੀਅਰ ਨੰਬਰ ਵੀ ਕਹਿ ਦਿੰਦੇ ਆ ਸੋ ਇੱਕ ਚੀਜ਼ ਯਾਦ ਰੱਖਣਾ ਬੇਟਾ whether it is a proton or a neutron ਆਪਾਂ ਹਮੇਸ਼ਾ ਇਹਨੂੰ ਨਿਊਕਲੀਅਨ ਕਹਿ ਕੇ ਬੁਲਾਵਾਂਗੇ ਬਿਕਾਜ਼ ਨਿਊਕਲੀਅਸ ਦੇ ਵਿੱਚ ਜਿਹੜੀਆਂ ਫੋਰਸਿਸ ਆ ਨਿਊਕਲੀਅਰ ਫੋਰਸਿਸ ਹੈ ਉਹ ਤੁਹਾਡੀ ਚਾਰਜ ਦੇ ਉੱਪਰ ਡਿਪੈਂਡ ਨਹੀਂ ਕਰਦੀਆਂ ਇਸ ਕਰਕੇ ਪ੍ਰੋਟੋਨ ਤੇ ਨਿਊਟਰੋਨ ਨੂੰ ਸੇਮ ਫੁਟਿੰਗ ਦੇ ਉੱਪਰ ਡੀਲ ਕੀਤਾ ਜਾਂਦਾ ਹੈ ਐਂਡ ਇਸੇ ਕਰਕੇ ਇਹਨਾਂ ਨੂੰ ਆਪਾਂ ਨਿਊਕਲੀਅਨ ਕਹਿੰਦੇ ਆ ਸੋ ਨਿਊਕਲੀਅਨ ਦੇ ਵਿੱਚ ਆਪਣੇ ਕੋਲ ਜਿਹੜੀਆਂ ਫੋਰਸਿਸ ਹੋਣਗੀਆਂ ਉਹਦੇ ਕਰਕੇ ਜਿਹੜੀ ਬਾਈਂਡਿੰਗ એનર્ਜੀ ਕਰਵ ਹੈ ਜਿਹੜੀ ਸਪਾਈਕਸ ਆਉਂਦੀ ਹੈ ਉਹਨੂੰ ਪ੍ਰੋਪਰਲੀ ਐਕਸਪਲੇਨ ਨਹੀਂ ਕਰ ਪਾਉਂਦੀ ਲਿਕੁਇਡ ਡ੍ਰੌਪ ਦੇ ਥਰੂ ਇਸ ਕਰਕੇ ਆਪਾਂ ਸ਼ੈਲ ਮਾਡਲ ਦੇ ਵਿੱਚ ਗੱਲ ਕਰਦੇ ਹਾਂ ਲੇਕਿਨ ਸ਼ੈਲ ਮਾਡਲ ਦੇ ਵਿੱਚ ਵੀ ਅਗਰ ਗੱਲ ਕਰਨੀ ਸਟਾਰਟ ਕਰੀਏ ਤਾਂ ਸ਼ੈਲ ਮਾਡਲ ਵੀ ਕਈ ਤਰ੍ਹਾਂ ਦਾ ਹੈ ਸੋ ਸ਼ੈਲ ਮਾਡਲ ਵਿੱਚ ਜਿਹੜੀ ਸਟਾਰਟਿੰਗ ਫੇਜ਼ ਹੈ ਉਹਦੇ ਵਿੱਚ ਆਪਣੇ ਗੱਲ ਕਰਨ ਦੇ ਲਈ ਸਟਾਰਟਿੰਗ ਫੇਜ਼ ਦੇ ਵਿੱਚ ਸਿੰਗਲ ਪਾਰਟੀਕਲ ਪੋਟੈਂਸ਼ੀਅਲ ਜਿਹੜਾ ਯੂਜ਼ ਕੀਤਾ ਜਾਂਦਾ ਹੈ ਸੋ ਕਿਹੜੀ ਫੋਰਸ ਹੋਏਗੀ ਕਿਹੜਾ ਪੋਟੈਂਸ਼ੀਅਲ ਯੂਜ਼ ਕੀਤਾ ਜਾਏਗਾ ਸ਼ੈਲ ਮਾਡਲ ਦੇ ਵਿੱਚ ਅਗਰ ਆਪਾਂ ਇਕੁਏਸ਼ਨ ਲਿਖਾਂਗੇ H of psi is equal to E of psi ਸੋ ਜਿਹੜਾ ਹੈਮਿਲਟੋਨੀਅਨ ਆਪਾਂ ਲਿਖਾਂਗੇ ਉਹਦੇ ਵਿੱਚ ਕਿਹੜਾ ਪੋਟੈਂਸ਼ੀਅਲ ਯੂਜ਼ ਕੀਤਾ ਜਾਏਗਾ ਸੋ ਪੋਟੈਂਸ਼ੀਅਲ ਵੀ ਕਈ ਤਰ੍ਹਾਂ ਦਾ ਹੋਏਗਾ ਬੇਟਾ ਇਹ ਤੁਹਾਡੇ ਸਾਹਮਣੇ ਦੋ ਤਰ੍ਹਾਂ ਦੀ ਚੀਜ਼ਾਂ ਲਿਖੀਆਂ ਹੋਈਆਂ ਵਨ ਇਜ਼ ਕਾਲਡ ਇਨਫਾਈਨਾਈਟ ਸਕੁਅਰ ਵੈਲ ਸੋ ਦੋ ਚੀਜ਼ਾਂ ਲਿਖੀਆਂ ਹੋਈਆਂ ਬੇਟਾ ਇਹਦੇ ਤੁਹਾਡੀ ਸਕਰੀਨ ਦੇ ਉੱਪਰ ਮੈਂ ਤੁਹਾਨੂੰ ਦਿਖਾ ਦਿੰਦਾ ਬੇਟਾ so infinite square well ਦਿੱਤਾ ਹੋਇਆ ਹੈ and second is called harmonic oscillator potential so ਦੋ ਤਰ੍ਹਾਂ ਦੇ ਕੇਸ ਆਪਾਂ ਅੱਜ ਡਿਸਕਸ ਕਰਾਂਗੇ infinite square well and harmonic oscillator potential ਇਹ ਤਰ੍ਹਾਂ ਇਹਨਾਂ ਦੋਨੋਂ potentials ਨੂੰ ਯੂਜ਼ ਕਰਕੇ ਆਪਾਂ ਹੈਮਿਲਟੋਨੀਅਨ ਡਿਜ਼ਾਈਨ ਕਰਾਂਗੇ and ਹੈਮਿਲਟੋਨੀਅਨ ਨੂੰ ਯੂਜ਼ ਕਰਕੇ ਆਪਾਂ ਕੀ ਕਰਾਂਗੇ એનર્ਜੀ ਆਈਗਨ ਵੈਲਿਊਜ਼ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ H of psi is equal to E of psi ਦੇ ਬਰਾਬਰ ਹੁੰਦਾ ਹੈ ਜਿਸ ਤੋਂ ਕਿ ਆਪਣੇ ਕੋਲ ਆਈਗਨ ਵੈਲਿਊਜ਼ ਆਫਟਰ ਦੀ ਡਾਇਗੋਨਲਾਈਜੇਸ਼ਨ ਪ੍ਰੋਸੈਸ ਆਪਣੇ ਕੋਲ ਆ ਜਾਂਦੀ ਹੈ ਐਂਡ ਜਦੋਂ ਆਪਾਂ એનર્ਜੀ ਵੈਲਿਊਜ਼ ਨੂੰ ਡਿਪਿਕਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਨੂੰ ਦੇਖਾਂਗੇ ਕਿ ਆਪਣੇ ਕੋਲ ਜਿਹੜੇ ਮੈਜਿਕ ਨੰਬਰਸ ਹੈ ਉਹ ਐਕਸਪਲੇਨ ਹੋ ਰਹੇ ਹੈ ਜਾਂ ਨਹੀਂ ਹੋ ਰਹੇ ਕੁਝ ਮੈਜਿਕ ਨੰਬਰ ਹੋ ਸਕਦਾ 2 ਜਿਸ ਦਾ ਸਟਾਰਟਿੰਗ ਦੇ ਵਿੱਚ ਆਉਂਦਾ ਹੈ ਉਸ ਤੋਂ ਬਾਅਦ 8 ਆਉਂਦਾ ਹੈ ਉਸ ਤੋਂ ਬਾਅਦ 20 ਆਉਂਦਾ ਹੈ ਉਸ ਤੋਂ ਬਾਅਦ ਆਪਣੇ ਕੋਲ 50 ਆਉਂਦਾ ਹੈ 50 ਤੋਂ ਬਾਅਦ 82 ਆਉਂਦਾ ਹੈ 82 ਤੋਂ ਬਾਅਦ 126 ਆਉਂਦਾ ਹੈ ਇਹਨਾਂ ਵਿੱਚੋਂ ਕਿੰਨੇ ਕੇ ਆਪਣੇ ਜਿਹੜੇ ਮੈਜਿਕ ਨੰਬਰਸ ਹੈ ਉਹ ਕਿੰਨੇ ਕ ਐਕਸਪਲੇਨ ਹੋ ਪਾ ਰਹੇ ਹੈ ਸੋ ਉਹ ਚੀਜ਼ਾਂ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਬੇਟਾ ਸੋ ਇਹਦੇ ਵਿੱਚ ਆਪਣੇ ਕੋਲ ਕਾਫੀ ਸਾਰੀਆਂ ਜਿਹੜੀ ਚੀਜ਼ਾਂ ਹੈ ਉਹ ਬੇਸਿਕ ਆਰਕੀਟੈਕਚਰ ਲਿਖਿਆ ਹੋਇਆ ਹੈ ਜਿਹੜਾ ਕਿ ਸਿੰਪਲ ਮਾਡਲ ਜਿਹੜਾ ਹੈ ਜਿਹੜੀ ਬੇਸਿਕ ਥਿਊਰੀ ਹੈ ਸੌਰੀ ਬੇਸਿਕ ਹਿਸਟਰੀ ਲਿਖੀ ਹੋਈ ਹੈ ਪੌਲੀ ਐਕਸਕਲੂਜਨ ਪ੍ਰਿੰਸੀਪਲ ਨੇ ਕੀ ਕੀਤਾ ਹੈ ਉਸ ਤੋਂ ਬਾਅਦ ਨਿਊਕਲੀਅਰ ਆਈਸੋਮੈਰਿਜ਼ਮ ਹੋ ਗਿਆ ਸਟ੍ਰਿਪਿੰਗ ਰਿਐਕਸ਼ਨਸ ਹੋ ਗਈਆਂ ਸੋ ਚੈਪਟਰ ਦੀ ਆਊਟਲਾਈਨ ਹੈ ਬੇਟਾ ਠੀਕ ਹੈ ਜੀ ਸੋ ਸਿੰਗਲ ਪਾਰਟੀਕਲ ਪੋਟੈਂਸ਼ੀਅਲ ਦੀ ਗੱਲ ਕੀਤੀ ਗਈ ਹੈ ਸੋ ਸਿੰਗਲ ਪਾਰਟੀਕਲ ਪੋਟੈਂਸ਼ੀਅਲ ਮਤਲਬ ਕੀ ਹੈ ਅਗਰ ਆਪਾਂ ਨਿਊਕਲੀਅਸ ਦੇ ਵਿੱਚ ਅਗਰ ਆਪਣੇ ਕੋਲ 10 ਨਿਊਕਲੀਅਨ ਦਿੱਤੇ ਹੋਏ ਹੈ ਤਾਂ ਉਹਨਾਂ ਵਿਚਕਾਰ ਹਰੇਕ ਨਿਊਕਲੀਅਨ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਮੂਵ ਕਰ ਰਿਹਾ ਹੋਵੇਗਾ ਜਸਟ ਲਾਈਕ ਐਨਾਲੋਜੀ ਫਰੋਮ ਦੇ ਐਟਮ ਸੋ ਐਟਮ ਦੇ ਵਿੱਚ ਕੀ ਹੁੰਦਾ ਹੈ ਬੇਟਾ ਇਲੈਕਟ੍ਰੋਨ ਕਿਸੇ ਸੈਂਟਰਲ ਨਿਊਕਲੀਅਸ ਦੇ ਦੁਆਲੇ ਘੁੰਮਦੇ ਆ ਨਿਊਕਲੀਅਸ ਨੂੰ ਆਪਾਂ ਐਜ਼ ਅ ਪੋਟੈਂਸ਼ੀਅਲ ਵੈਲ ਲੈ ਕੇ ਚੱਲ ਸਕਦੇ ਹਾਂ ਜਿਹਦੇ ਵਿੱਚ ਕੀ ਹੈ ਨਿਊਕਲੀਅਸ ਘੁੰਮ ਰਿਹਾ ਜਸਟ ਲਾਈਕ ਸਨ ਦੇ ਅਰਾਊਂਡ ਅਰਥ ਘੁੰਮ ਰਹੀ ਹੈ ਬਿਕਾਜ਼ ਸਨ ਦੀ ਜਿਹੜੀ ਗ੍ਰੈਵਿਟੀ ਹੈ ਗ੍ਰੈਵਿਟੇਸ਼ਨਲ ਫੋਰਸ ਕਰਕੇ ਉਹਦੇ ਵਿੱਚ ਜਿਹੜੀ ਕਰਵੇਚਰ ਹੈ ਜਿਹੜਾ ਸਪੇਸ ਟਾਈਮ ਕਰਵੇਚਰ ਹੈ ਉਹਦੇ ਵਿੱਚ ਡਿਪ ਪ੍ਰੋਡਿਊਸ ਹੁੰਦਾ ਹੈ ਐਂਡ ਉਹਦੇ ਕਰਕੇ ਜਿਹੜੇ ਅਰਥ ਹੈ ਉਹਦੇ ਅਰਾਊਂਡ ਫ੍ਰੀ ਫਾਲ ਦੀ ਸਿਚੁਏਸ਼ਨ ਦੇ ਵਿੱਚ ਮੂਵ ਕਰਨਾ ਸਟਾਰਟ ਕਰ ਦਿੰਦੀ ਹੈ ਲੇਕਿਨ ਹੁਣ ਆਪਣੇ ਕੋਲ ਕੀ ਹੈ ਜਿਹੜਾ ਨਿਊਕਲੀਅਸ ਹੈ ਨਿਊਕਲੀਅਸ ਦੇ ਵਿੱਚ ਐਸ ਸੱਚ ਕੋਈ ਸੈਂਟਰ ਦੇ ਉੱਪਰ ਪੋਜ਼ਿਟਿਵ ਚਾਰਜ ਜਾਂ ਨੈਗੇਟਿਵ ਚਾਰਜ ਨਹੀਂ ਪਿਆ ਹੋਇਆ ਇਸ ਕਰਕੇ ਆਪਣੇ ਕੋਲ ਥੋੜੀ ਪ੍ਰੋਬਲਮ ਹੈ ਇਸ ਕਰਕੇ ਕੀ ਕਰਦੇ ਆ ਜਿਹੜੇ ਨਿਊਕਲੀਅਰ ਆਪਾਂ ਮੰਨਿਆ ਜਾਂਦਾ ਹੈ ਕਿ ਨਿਊਕਲੀਓਨਸ ਆਪਣੀ ਇੱਕ ਐਵਰੇਜ ਜਿਹੜੀ ਮੀਨ ਫੀਲਡ ਹੈ ਉਹਦੇ ਰਿਸਪੈਕਟ ਟੂ ਮੂਵ ਕਰਨਾ ਸਟਾਰਟ ਕਰ ਦਿੰਦੇ ਆ ਜਿਹੜੀ ਕਿ ਪ੍ਰੋਡਿਊਸ ਕੀਤੀ ਜਾਂਦੀ ਹੈ ਬਾਈ ਆਲ ਦੀ ਅਦਰ ਨਿਊਕਲੀਓਨਸ ਮਤਲਬ ਅਗਰ ਆਪਣੇ ਕੋਲ 10 ਨਿਊਕਲੀਓਨਸ ਦਿੱਤੇ ਹੋਏ ਹੈ ਤਾਂ ਉਹਦੇ ਵਿੱਚ ਜਿਹੜੇ 9 ਨਿਊਕਲੀਅਨਸ ਹੈ 9 ਨਿਊਕਲੀਅਨਸ ਹੈ ਉਹ ਸਾਰੇ ਦੇ ਸਾਰੇ ਇੱਕ ਐਵਰੇਜ ਫੀਲਡ ਪ੍ਰੋਡਿਊਸ ਕਰਨਗੇ ਜਿਹਦੇ ਵਿੱਚ ਥਰਡ ਜਿਹੜਾ ਲਾਸਟ 10th ਜਿਹੜਾ ਨਿਊਕਲੀਅਨ ਹੈ ਉਹ ਮੂਵ ਕਰਨਾ ਸਟਾਰਟ ਕਰੇਗਾ ਸਿਮਿਲਰਲੀ ਫॉर ਦੀ ਅਦਰਸ ਸੋ ਜਿਸ ਤਰ੍ਹਾਂ ਇੱਕ ਆਪਾਂ ਨਿਊਕਲੀਅਨ ਚੂਜ਼ ਕਰ ਲਿਆ ਉਸੇ ਉਹ ਕੀ ਮੂਵ ਕਰੇਗਾ ਬਾਕੀ ਜਿਹੜੀ 9 ਜਿਹੜੇ ਆਪਣੇ ਕੋਲ ਹੈਗੇ ਆ ਨਿਊਕਲੀਅਨਸ ਹੈ ਉਹਨਾਂ ਦੀ ਫੀਲਡ ਦੇ ਵਿੱਚ ਮੂਵ ਕਰੇਗਾ ਜੇ ਅਗਰ ਆਪਾਂ ਕਿਸੇ ਹੋਰ ਨਿਊਕਲੀਅਨ ਨੂੰ ਚੂਜ਼ ਕਰ ਲੈਂਦੇ ਆ ਤਾਂ ਉਹ ਬਾਕੀ 9 ਜਿਹੜੇ ਨਿਊਕਲੀਅਨਸ ਹੋਣਗੇ ਉਹਨਾਂ ਦੀ ਐਵਰੇਜ ਫੀਲਡ ਜਿਹੜੀ ਪ੍ਰੋਡਿਊਸ ਕੀਤੀ ਹੋਏਗੀ ਉਹਦੇ ਵਿੱਚ ਮੂਵ ਕਰਨਾ ਸਟਾਰਟ ਕਰੇਗਾ ਸੋ ਇਹ ਐਵਰੇਜ ਫੀਲਡ ਜਾਂ ਆਪਾਂ ਐਵਰੇਜ ਪੋਟੈਂਸ਼ੀਅਲ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਆਪਾਂ ਨਿਊਕਲੀਅਸ ਨੂੰ ਮੂਵ ਕਰਵਾਵਾਂਗੇ ਸੋ ਦੈਟ ਵੀ ਕੈਨ ਡਿਜ਼ਾਈਨ ਸਮ
energy levels or excited state of the nucleus, so that we can have some picture of magic numbers that are to be produced and that are to be examined in the present work. So to determine how the nucleons fill the various quantum states of the nucleus, that is the spectrum of quantum states into which any one of the nucleons can enter, it is necessary to specify some mean potential or mean field to which each nucleon is subjected. So fourth semester ਦੇ ਵਿੱਚ ਬੇਟਾ ਮੈਂ ਤੁਹਾਨੂੰ ਕਰਵਾਵਾਂਗਾ ਕਿ ਫੀਲਡ ਹੁੰਦਾ ਕੀ ਹੈ ਐਕਚੁਅਲ ਦੇ ਵਿੱਚ, ਗੇਜ ਫੀਲਡ ਕਿਸ ਤਰ੍ਹਾਂ ਇਵੋਲਵ ਹੁੰਦੀ ਹੈ, ਗੇਜ ਫੀਲਡ ਦੇ ਵਿੱਚ ਪਾਰਟੀਕਲ ਕਿਸ ਤਰ੍ਹਾਂ ਮੂਵ ਕਰਦੇ ਆ, ਉਹ ਫੋਰਥ ਯੂਨਿਟ ਦੇ ਵਿੱਚ ਪਾਰਟੀਕਲ ਫਿਜ਼ਿਕਸ 2 ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਡੈਮੋਨਸਟ੍ਰੇਟ ਕਰਾਂਗਾ। So very strong experimental evidences exist which support the point of view that when a nucleus contains 2, 8, 20, ਉਸ ਤੋਂ ਬਾਅਦ 50 and 82 or 126 protons or neutron number, the so called magic numbers, a shell closure occurs, that is the energy level just above the shell closure level is separated by large energy value than those within the shell। मतलब ਕੀ ਹੈ, अगर ਤੁਹਾਡੇ ਕੋਲ नंबर ऑफ न्यूक्लियस ਨੂੰ अगर ਆਪਾਂ एनर्जी ਲੈਵਲਸ डिजाइन करिए, ਪਹਿਲਾਂ ਦੋ ਹੋ ਗਏ, ਇੱਕ ਜਿੱਦਾਂ 1s ऑर्बिटल ਹੈ ਉਹਦੇ ਵਿੱਚ ਦੋ ਨਿਊਕਲੀਅਨ ਹੋ ਸਕਦੇ ਆ, ਸੋ ਉਸ ਤੋਂ ਬਾਅਦ ਕੀ ਹੋਏਗਾ, ਜਿਹੜੀ ਉਸ ਤੋਂ ਨੈਕਸਟ ਵਾਲੀ ऑर्बिटल ਹੋਏਗੀ 1s ਐਂਡ 1p ਦੇ ਵਿਚਕਾਰ ਕਾਫੀ ਜ਼ਿਆਦਾ ਡਿਫਰੈਂਸ ਹੋਏਗਾ ਐਜ਼ ਕੰਪੇਅਰ ਟੂ 1p ਐਂਡ 1d ਦੇ ਵਿਚਕਾਰ। ठीक है जी। सो जो भी ਤੁਹਾਡੇ ਨਿਊਕਲੀਅਸ ਲੈਵਲ 2 ਨੂੰ ਕੋਰਸਪੋਂਡ ਕਰੇਗਾ, 8 ਨੂੰ ਕੋਰਸਪੋਂਡ ਕਰੇਗਾ, 20 ਨੂੰ ਕੋਰਸਪੋਂਡ ਕਰੇਗਾ ਜਾਂ ਉਸ ਤੋਂ ਅੱਗੇ 50 ਨੂੰ ਕੋਰਸਪੋਂਡ ਕਰੇਗਾ, ਤਾਂ ਉਸ ਤੋਂ ਨੈਕਸਟ ਵਾਲੇ ਲੈਵਲ ਜਿਹੜੇ ਹੋਣਗੇ ਉਹਨਾਂ ਵਿਚਕਾਰ ਡਿਫਰੈਂਸ ਬਾਕੀਆਂ ਦੇ ਕੰਪੈਰੀਟਿਵਲੀ ਕਾਫੀ ਜ਼ਿਆਦਾ ਹੋਏਗਾ। ਮਤਲਬ ਇੱਥੇ ਕੋਈ ਨਾ ਕੋਈ ਗੜਬੜ ਹੈ ਜਾਂ ਇੱਥੇ ਕੋਈ ਸ਼ੈਲ ਕਲੋਜ਼ ਹੋ ਰਿਹਾ ਜਾਂ ਇਹਨਾਂ ਨੇ ਆਪਣਾ ਦਰਵਾਜ਼ਾ ਬੰਦ ਕਰ ਲਿਆ ਵੀ ਇਸ ਤੋਂ ਬਾਅਦ ਅਸੀਂ ਹੋਰ ਚੀਜ਼ ਸਪੋਰਟ ਨਹੀਂ ਕਰ ਸਕਦੇ। ठीक है जी। तो इस तो बाद ਆਪਾਂ ਇਹਦੇ ਬਾਰੇ ਰਿਗਾਰਡਿੰਗ ਗੱਲ ਕਰਾਂਗੇ ਕਿ ਸ਼ੈਲ ਕਲੋਜ਼ਰ ਹੋ ਕਿਉਂ ਰਿਹਾ ਹੈ ਐਂਡ ਸਪਿਨ ਆਰਬਿਟ ਕਪਲਿੰਗ ਦਾ ਕਨਸੈਪਟ ਆਏਗਾ ਜਾਂ ਪੋਟੈਂਸ਼ੀਅਲ ਦਾ ਕਨਸੈਪਟ ਆਏਗਾ। ਪੋਟੈਂਸ਼ੀਅਲ ਦੋ ਤਰ੍ਹਾਂ ਦੀ ਮੈਂ ਆਲਰੇਡੀ ਦੱਸ ਚੁੱਕਿਆ ਹੈ ਕਿ ਐਕਸਪਲੇਨ ਕਰਨਗੇ ਕਿ ਨਹੀਂ ਕਰਨਗੇ, तो ਇਦਾਂ ਦੀਆਂ ਚੀਜ਼ਾਂ ਆਪਾਂ ਇਸ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ। ਸੋ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਨ ਦੇ ਲਈ ਆਪਣੇ ਕੋਲ ਸਭ ਤੋਂ ਪਹਿਲਾਂ simplest of the simplest ਜਿਹੜਾ ਪੋਟੈਂਸ਼ੀਅਲ ਦਿੱਤਾ ਹੋਇਆ that is infinite square well potential just like a particle in a box, just like a well, ਜਿਸਨੂੰ ਆਪਾਂ ਖੂਹ ਵੀ ਕਹਿ ਦਿੰਦੇ ਆ, well ਆਪਾਂ ਕਹਿੰਦੇ ਆ ਅਗਰ well ਦੇ ਵਿੱਚ ਆਪਾਂ ਕੋਈ ਵੀ ਪੱਥਰ ਸਿੱਟ ਦਈਏ ਤਾਂ ਕਦੀ ਵਾਪਸ ਨਹੀਂ ਆਉਂਦਾ। just like that ਪਾਰਟੀਕਲ ਅਗਰ ਆਪਾਂ ਵੈਲ ਦੇ ਵਿੱਚ ਸਿੱਟ ਦਿੰਦੇ ਆ ਤਾਂ ਕੀ ਹੋਏਗਾ, ਉਹ ਕਦੇ ਵੀ ਪੋਟੈਂਸ਼ੀਅਲ ਵੈਲ ਦੇ ਵਿੱਚ ਸਿੱਟ ਦਾਂਗੇ ਤਾਂ ਕਦੇ ਵੀ ਵਾਪਸ ਨਹੀਂ ਆਏਗਾ। ਸਕੇਅਰ ਵੈਲ ਹੈ, ਇਸ ਕਰਕੇ ਕੀ ਹੈ ਆਊਟਸਾਈਡ ਦੀ ਬਾਉਂਡਰੀ ਕੀ ਹੋ ਜਾਏਗਾ ਬੇਟਾ, ਆਪਣੇ ਕੋਲ ਜਿਹੜਾ ਪੋਟੈਂਸ਼ੀਅਲ ਹੈ that is infinite and inside ਦੀ ਬਾਉਂਡਰੀ ਆਪਣੇ ਕੋਲ ਪੋਟੈਂਸ਼ੀਅਲ ਹਮੇਸ਼ਾ ਜ਼ੀਰੋ ਹੋਏਗਾ। ਇਨਫਾਈਨਾਈਟ ਹਾਰਮੋਨਿਕ ऑसिलेटर पोटेंशियल, ਇਹਨਾਂ ਦੀ ਬੜੀ ਫਾਰਮ ਹੈ ਜਿਹੜੀ ਪੋਟੈਂਸ਼ੀਅਲ ਹੈ ਇਟ ਇਜ਼ ਹਾਫ m ਓਮੇਗਾ ਸਕੁਅਰ ਇਨਟੂ r ਸਕੁਅਰ। ਇਹ ਵੀ ਸਪੈਰੀਕਲ ਸਿਮੈਟ੍ਰਿਕ ਹੈ। ਉਸ ਦੀ ਕੇਸ ਵਿੱਚ ਕੀ ਹੈ ਬੇਟਾ, ਇਨਫਾਈਨਾਈਟ ਸਕੁਅਰ ਵਾਲਾ ਪੋਟੈਂਸ਼ੀਅਲ ਜਿਹੜਾ ਹੈ ਇਹ ਵੀ ਸਿਮੈਟ੍ਰਿਕ ਪੋਟੈਂਸ਼ੀਅਲ ਹੈ, ਇਸ ਕਰਕੇ ਇਹਦੇ ਵਿੱਚ ਥੀਟਾ ਐਂਡ ਪਾਈ ਦਾ ਕਨਸੈਪਟ ਨਹੀਂ ਹੋਏਗਾ, ਸਿਰਫ ਤੇ ਸਿਰਫ ਰੇਡੀਅਸ ਦਾ ਜਾਂ ਰੇਡੀਅਲ ਕਨਸੈਪਟ ਹੋਏਗਾ ਜਿਹਦੇ ਵਿੱਚ ਸਪੈਰੀਕਲ ਸਿਮੈਟਰੀ ਐਗਜ਼ਿਸਟ ਕਰੇਗੀ। ਇਨ ਥੀਸ ਟੂ ਕੇसेस we can obtain an exact solution and they provide the two contrasting viewpoints। so दोनों की शेप अलग अलग है, एक स्केयर वेल है बेटा, एक अपने को हार्मोनिक ऑसिलेटर है। हार्मोनिक ऑसिलेटर एक पैराबोला की तरह होता है, स्केयर वेल की होता है बेटा एक बॉक्स की तरह होता है। तो दोनों कंट्रास्टिंग शेप अपने को लेके आएंगे सब्जेक्ट की। So in these two cases we can obtain an exact solution and they provide two contrasting viewpoints। ਹੁਣ ਇਹਨਾਂ ਦੋਨਾਂ ਨੂੰ ਚੂਜ਼ ਕਰਨ ਦਾ ਵਿਊ ਪੁਆਇੰਟ ਕੀ ਹੈ ਬੇਟਾ, ਇਹਨਾਂ ਦੇ ਵਿਊ ਪੁਆਇੰਟ ਦੇ ਵਿੱਚ ਆਪਾਂ ਇਹ ਦੇਖ ਸਕਦੇ ਹਾਂ because these potentials can be exactly solved। ਲੇਕਿਨ ਹੁਣ ਇਹਨਾਂ ਨੂੰ ਜਿਹੜੇ ਤੋਂ ਆਪਾਂ ਸੋਲਵ ਕਰਦੇ ਆ ਤਾਂ ਆਪਾਂ ਦੇਖਦੇ ਆ ਕਿ ਇਹਨਾਂ ਦੇ ਨਾਲ ਸਾਰੇ ਮੈਜਿਕ ਨੰਬਰ ਐਕਸਪਲੇਨ ਨਹੀਂ ਕਰ ਪਾਉਂਦੇ। ਸੋ ਇਹਨਾਂ ਦੋਨਾਂ ਦੇ ਵਿਚਕਾਰ ਦੀ ਕੋਈ ਫਿਗਰ ਹੋਣੀ ਚਾਹੀਦੀ ਹੈ ਜਿਹੜੀ ਕਿ ਪੋਟੈਂਸ਼ੀਅਲ ਆਪਾਂ ਚੂਜ਼ ਕਰ ਸਕੀਏ। ਸੋ ਕਰੰਟ ਆਫ ਦੀ ਡੇਟ ਜਿਹੜਾ ਮੈਂ ਯੂਜ਼ ਕਰਦਾ that is Wood's section potential, ਜਿਹੜਾ ਕਿ ਅੱਜ ਦੀ ਡੇਟ ਦੇ ਵਿੱਚ ਮੋਸਟ ਸਕਸੈਸਫੁਲ ਪੋਟੈਂਸ਼ੀਅਲ ਅੱਜ ਦੀ ਡੇਟ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ that is Wood's section SEXUL। ਸੋ Wood's section potential ਆਪਾਂ ਯੂਜ਼ ਕਰਦੇ ਹਾਂ। ਉਹਨੂੰ ਯੂਜ਼ ਕਰਨ ਦਾ ਮੈਥਡ ਕੀ ਹੈ ਤੇ ਰੀਜ਼ਨ ਕੀ ਹੈ ਬੇਟਾ, ਬਿਕੋਜ਼ ਇਹਨਾਂ ਇਨਫਾਈਨਾਈਟ ਸਕੇਅਰ ਵਾਲਾ ਪੋਟੈਂਸ਼ੀਅਲ ਕੀ ਹੈ, ਇਹਨਾਂ ਦੀ ਜਿਹੜੀ ਬਾਉਂਡਰੀ ਹੈ ਬੇਟਾ, ਇਹਨਾਂ ਦੀ ਬਾਉਂਡਰੀ ਆਪਾਂ ਸ਼ਾਰਪ ਲੈ ਕੇ ਚੱਲੀ ਹੋਈ ਹੈ। ਸੋ ਸਕੇਅਰ ਵਾਲਾ ਪੋਟੈਂਸ਼ੀਅਲ ਕੀ ਹੋਏਗਾ, ਇੱਕ ਸਕੇਅਰ ਦੀ ਤਰ੍ਹਾਂ ਹੋਏਗਾ, ਲੇਕਿਨ ਨਿਊਕਲੀਅਸ ਕਦੇ ਵੀ ਸ਼ਾਰਪਲੀ ਬਾਉਂਡਡ ਨਹੀਂ ਹੁੰਦਾ। ਇਹਦੇ ਵਿੱਚ ਕੀ ਹੋਏਗਾ, ਆਪਣੀ ਜਿਹੜੀ ਸਰਫੇਸ ਹੋਏਗੀ ਉਹ ਹਮੇਸ਼ਾ ਹੀ ਡਿਫਿਊਜ਼ ਹੋਏਗੀ। ਇਸ ਕਰਕੇ ਆਪਣੇ ਕੋਲ ਜਿਹੜਾ ਪੋਟੈਂਸ਼ੀਅਲ ਦੀ ਕੋਰਸਪੋਂਡਿੰਗ ਜਿਹੜੀ ਡੈਂਸਿਟੀ ਹੈ, ਡੈਂਸਿਟੀ ਐਟ ਦੀ ਸਰਫੇਸ ਆਫ ਦੀ ਨਿਊਕਲੀਅਸ ਹਮੇਸ਼ਾ ਹੀ ਡਿਫਿਊਜ਼ ਹੋਣੀ ਚਾਹੀਦੀ ਹੈ with radius decrease ਕਰਨੀ ਚਾਹੀਦੀ ਹੈ ਜਿਹੜੀ ਕਿ ਇਹਨਾਂ ਦੋਨਾਂ ਦੇ ਵਿੱਚ ਨਹੀਂ ਹੈ। ਸੋ ਇਸ ਕਰਕੇ ਇਹ ਜਿਹੜੇ ਪੋਟੈਂਸ਼ੀਅਲ ਹੈ ਪ੍ਰੋਪਰਲੀ ਨਿਊਕਲੀਅਸ ਦੀਆਂ ਪ੍ਰੋਪਰਟੀਜ਼ ਨੂੰ ਐਕਸਪਲੇਨ ਨਹੀਂ ਕਰ ਪਾਉਂਦੇ। ਬਾਕੀ ਸਾਰੀ ਦੀ ਸਾਰੀ ਬੇਟਾ ਮੈਥਮੈਟਿਕਸ ਹੈ, ABCD ਮੈਂ ਤੁਹਾਨੂੰ ਸਾਰੀ ਸਿਖਾ ਦਿੱਤੀ ਹੈ। ਸੋ ਇੱਥੇ ਮੈਥਡ ਲਿਖਿਆ ਹੋਇਆ ਬੇਟਾ Wood's section potential ਜਿਹੜਾ ਹੈ ਅੱਜ ਦੀ ਡੇਟ ਦੇ ਵਿੱਚ ਮੋਸਟ ਆਫ ਦੀ ਟਾਈਮ ਸਕਸੈਸਫੁਲ ਐਂਡ ਐਪਰੋਪ੍ਰੀਏਟ ਨਿਊਕਲੀਅਰ ਪੋਟੈਂਸ਼ੀਅਲ ਹੈ।
लेकिन इस पोटेंशियल ਨੂੰ ਆਪਾਂ ਐਗਜ਼ੈਕਟਲੀ ਕਦੀ ਵੀ ਸੋਲਵ ਨਹੀਂ ਕਰ ਪਾਉਂਦੇ। ਇਸ ਪੋਟੈਂਸ਼ੀਅਲ ਨੂੰ ਸੋਲਵ ਕਰਨ ਦੇ ਲਈ ਆਪਾਂ ਨੂੰ ਨਿਊਮੈਰੀਕਲ ਟੈਕਨੀਕਸ ਲਗਾਉਣੀਆਂ ਪੈਂਦੀਆਂ। ਇਸੇ ਕਰਕੇ ਆਪਾਂ ਇਹਦੇ ਲਈ ਸਿਮੂਲੇਸ਼ਨਸ ਵਗੈਰਾ ਰਨ ਕਰਦੇ ਆ। ਮੇਰੇ ਕੋਲ ਪ੍ਰੋਗਰਾਮਸ ਵੀ ਪਏ ਹੋਏ ਆ ਜੋ ਵੁੱਡ ਸੈਕਸ਼ਨ ਪੋਟੈਂਸ਼ੀਅਲ ਦੀਆਂ ਸਿਮੂਲੇਸ਼ਨਸ ਰਨ ਕੀਤੇ ਜਾਂਦੀਆਂ, ਨਿਊਮੈਰੀਕਲ ਪ੍ਰੋਗਰਾਮਸ ਰਨ ਕੀਤੇ ਜਾਂਦੇ ਐਂਡ ਇਹਨੂੰ ਨੰਬਰ ਮੈਥਡ ਦੇ ਨਾਲ ਸੋਲਵ ਕੀਤਾ ਜਾਂਦਾ ਹੈ ਰਾਦਰ ਦੈਨ ਐਗਜ਼ੈਕਟ ਤੁਸੀਂ ਕਾਪੀ ਦੇ ਉੱਪਰ ਇਹਨੂੰ ਸੋਲਵ ਨਹੀਂ ਕਰ ਸਕਦੇ। So this potential which is flat at the center and falls off smoothly at the edge of the nucleus is given by, so Woods section potential ਜਿਹੜਾ ਹੈ V of r is equal to minus of V naught divided by 1 plus exponential मतलब e raised to power mu into r minus कैपिटल R ਦਿੱਤਾ ਹੋਇਆ ਬੇਟਾ। mu ਆਪਣੇ ਕੋਲ ਸਕਿਨ ਡੈਪਥ ਦੇ ਕੋਰਸਪੋਂਡਿੰਗ ਆ ਜਾਏਗਾ, ਮਤਲਬ ਕਿੰਨਾ ਪੈਨੀਟ੍ਰੇਟ ਕੀਤਾ ਹੋਇਆ ਤੇ ਉਹਦੇ ਕੋਰਸਪੋਂਡਿੰਗ ਆਪਣੇ ਕੋਲ ਇਹਦੇ ਕੁਝ ਪੈਰਾਮੀਟਰ ਦਿੱਤੇ ਹੋਏ। ਇਹ ਪੈਰਾਮੀਟਰ ਵੇਰੀ ਕਰਦੇ ਆ ਫਰੋਮ ਰੀਜਨ ਟੂ ਰੀਜਨ। ਅਗਰ 80 ਮਾਸ ਰੀਜਨ ਹੈ ਜਾਂ 100 ਮਾਸ ਰੀਜਨ ਹੈ, ਅਗਰ 10 ਦੀ ਆਪਾਂ ਗੱਲ ਕਰੀਏ ਤੇ ਪੈਰਾਮੀਟਰ ਡਿਫਰੈਂਟ ਹੋਣਗੇ। अगर आप यूरेनियम की गल करिए तो ਉਹਦੇ पैरामीटर टोटली डिफरेंट होंगे। ठीक है जी। सो उसकी कोरस्पोंडिंग सारे दी अपनी अपनी रेंज होएगी तो सब दे अपने अपने पैरामीटर डिफरेंटली बिहेव करनगे एंड द पोटेंशियल कोरस्पोंड टू स्केयर वेल। ठीक है जी। सो किते ना किते ये मिक्स अप्रोच है ਜਿਹੜੀ ਕਿ स्केयर वेल एंड हार्मोनिक ऑसिलेटर दी। For the Wood section potential exact solution cannot be obtained and numerical methods are employed। ये चीज मैं ऑलरेडी दसी हुई है बेटा। So general consideration for motion in a mean potential। So mean potential मतलब single particle potential ਦੀ ਆਪਾਂ ਗੱਲ ਕਰਨੀ ਹੈ बेटा। तो सब तो पहला की है ਇਹ ਤੁਹਾਡੇ ਕੋਲ h of psi is equal to e of psi ਵਾਲੀ ਇਕੁਏਸ਼ਨ ਹੈ बेटा। ਇਹ ਤੁਹਾਡੇ ਕੋਲ ਸਪੇਸ ਡਿਪੈਂਡੈਂਟ ਪਾਰਟ ਹੈ, ਟਾਈਮ ਡਿਪੈਂਡੈਂਟ ਪਾਰਟ ਨਹੀਂ ਲਿਖਿਆ ਹੋਇਆ ਬਿਕੋਜ਼ ਆਪਾਂ ਸਿਰਫ ਰੇਡੀਅਲ ਸੋਲੂਸ਼ਨ ਕਰਾਂਗੇ। ਇਹਦੇ ਵਿੱਚ ਥੀਟਾ ਐਂਡ ਫਾਈ ਵਾਲਾ ਪਾਰਟ ਆਪਾਂ ਨਹੀਂ ਸੋਲਵ ਕਰਾਂਗੇ ਬਿਕੋਜ਼ ਆਪਾਂ ਪੋਟੈਂਸ਼ੀਅਲ ਹੀ रेडियल चूज किया है। सो इस विच अपने कोल अगर आप इनू जेड़ा b है b अपने कोल जेड़ा दिता होया होगा बेटा, अगर आप इहदे विच वैल्यू पुट करिए जेड़ा कि अपने कोल इनफाइनाइट स्केयर वैल्यू वाली चीज आएगी। अगर अपने कोल इनसाइड दी बाउंड्री होएगा तो पोटेंशियल 0 होएगा, अगर आउटसाइड जावांगे तो इनफिनिटी हो जाएगा। सो ये इक्वेशन कितने ग्राउंड बनी जाएगी within the boundary when r should be less than or equal to r naught। so अगर within the boundary है स्केयर वैल्यू दी तो a b इक्वल टू 0 हो जाएगा तो बाकी इक्वेशन ऐसे च रहेगी। अगर आफ्टर दी अनदर बाउंड्री होगी तो साई अपना 0 हो जाएगा। आफ्टर दी बाउंड्री b इनफाइनाइट हो जाएगा एंड साई 0 हो जाएगा एंड इक्वेशन कोलैप्स कर देगी। ठीक है जी। तो इस इक्वेशन ਨੂੰ ਸੋਲਵ ਕਰਾਂਗੇ ਵਿਦ ਇਨ ਦੀ ਬਾਉਂਡਰੀ। ਜਿਸ ਵੇਲੇ ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਕੋਲ ਸਾਈ ਤੁਹਾਡੇ ਕੋਲ ਤਿੰਨ ਤਰ੍ਹਾਂ ਦੇ ਕੁਆਂਟਮ ਨੰਬਰ ਆਉਣਗੇ n l and m and ਇਹ ਆਪਣੇ ਕੋਲ ਜਿਹੜਾ ਸੋਲੂਸ਼ਨ ਦੇਣਗੇ one will be called dependent on the radial part and second one will be theta and phi। ਆਪਣੇ ਕੋਲ spherical symmetry ਹੈ ਇਸ ਕਰਕੇ ਆਪਾਂ r ਵਾਲੇ ਪਾਰਟ ਦਾ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਾਂਗੇ। ठीक है जी। सो ਇਹਦੇ ਵਿੱਚ ਜਿਹੜੀ ਆਪਣੇ ਕੋਲ ਡਿਪੈਂਡੈਂਸੀ ਆਏਗੀ, ਡੀਜਨਰੇਸੀ ਆਏਗੀ, ਇਟ ਵਿਲ ਬੀ 2l + 4 ਡੀਜਨਰੇਸੀ ਆਏਗੀ। ਉਹਨੂੰ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਪਹਿਲੀ ਗੱਲ ਬੇਟਾ ਇਨਫਾਈਨਾਈਟ ਸਕੁਅਰ ਵੈਲ ਜਿਹੜਾ ਆਪਣੇ ਕੋਲ ਪੋਟੈਂਸ਼ੀਅਲ ਹੈ ਉਸ ਕੇਸ ਦੇ ਵਿੱਚ ਇਹਦਾ ਸੋਲੂਸ਼ਨ ਕੀ ਹੋਏਗਾ। ਸੋ ਉਸ ਕੇਸ ਦੇ ਵਿੱਚ ਆਪਣੇ ਕੋਲ ਜਿਹੜਾ ਸੋਲੂਸ਼ਨ ਆਏਗਾ ਦੈਟ ਵਿਲ ਬੀ, ਤੁਸੀਂ ਸਿਰਫ ਸਰਫੇਸ ਸਕ੍ਰੈਚ ਕਰਨੀ ਹੈ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ। ਆਪਾਂ ਸਾਰੇ ਦਾ ਸਾਰਾ ਮੈਥਮੈਟੀਕਲ ਪ੍ਰੋਸੀਜਰ ਇਹਦੇ ਵਿੱਚ ਫੋਲੋ ਨਹੀਂ ਕਰ ਸਕਦੇ। ठीक है जी। तो ਇਹਦੇ ਵਿੱਚ ਅਗਰ ਆਪਾਂ ਮੈਥਮੈਟੀਕਲ ਪ੍ਰੋਸੀਜਰ ਫੋਲੋ ਕਰਾਂਗੇ ਤਾਂ ਆਪਣੇ ਪੂਰੇ ਦਾ ਪੂਰਾ ਸਮੈਸਟਰ ਇਹਦੇ ਵਿੱਚ ਹੀ ਨਿਕਲ ਜਾਏਗਾ ਬਿਕੋਜ਼ ਥੀਸ ਆਰ ਰਫ ਐਂਡ ਟਫ ਥਿੰਗਸ। ਸੋ ਆਪਾਂ ਸਿਰਫ ਸਰਫੇਸ ਸਕ੍ਰੈਚ ਕਰਨੀ ਹੈ ਜਿੰਨਾ ਕਿ ਆਪਾਂ ਨੂੰ ਬੋਲਿਆ ਗਿਆ। ਸੋ ਇਨ ਦੀ ਇਨਫਾਈਨਾਈਟ ਸਕੁਅਰ ਵੈਲ ਰੇਡੀਅਲ ਸੋਲੂਸ਼ਨ ਵਿਚ ਆਰ ਰੈਗੂਲਰ ਐਟ ਦੀ ਰੀਜਨ ਆਰ ਸਫੈਰੀਕਲ ਬੈਸਲ ਫੰਕਸ਼ਨਸ। ਸੋ ਬੈਸਲ ਫੰਕਸ਼ਨ ਆਪਣੇ ਕੋਲ ਕੀ ਹੈ different parameters ਦੇ ਲਈ ਇਹਨਾਂ ਦੀ ਬੈਸਲ ਫੰਕਸ਼ਨ ਦੀ ਪੈਰਾਮੀਟਰ ਹੁੰਦੇ ਆ। we can choose it to be a parameter l or a parameter m। ਇਹਦੇ ਵਿੱਚ ਕੀ ਆਪਾਂ ਕੀ ਚੂਜ਼ ਕੀਤਾ ਹੋਇਆ ਬੇਟਾ ਪੈਰਾਮੀਟਰ l। ਅਗਰ l = 0 ਹੋਏਗਾ ਤਾਂ ਉਹਦੀ ਸਫੈਰੀਕਲ ਬੈਸਲ ਫੰਕਸ਼ਨ ਦੀ ਸ਼ੇਪ ਅਲੱਗ ਹੋਏਗੀ। ਅਗਰ l = 1 ਆ ਗਿਆ ਤਾਂ ਸਫੈਰੀਕਲ ਬੈਸਲ ਫੰਕਸ਼ਨ ਦੀ ਸ਼ੇਪ ਅਲੱਗ ਆਏਗੀ। ਮਤਲਬ ਕੀ ਹੈ ਇਸ ਵੇਵ ਫੰਕਸ਼ਨ ਦਾ ਜਿਹੜਾ ਸੋਲੂਸ਼ਨ ਹੈ ਉਹ ਬੈਸਲ ਫੰਕਸ਼ਨ ਨੂੰ ਕੋਰਸਪੋਂਡ ਕਰਦਾ ਹੈ ਜਿਹੜਾ ਕਿ ਅਲੱਗ-ਅਲੱਗ ਸ਼ੇਪ ਅਕਵਾਇਰ ਕਰੇਗਾ ਜਦੋਂ ਆਪਣੇ ਕੋਲ ਆਰਬਿਟਲ ਐਂਗੂਲਰ ਮੋਮੈਂਟਮ ਅਲੱਗ-ਅਲੱਗ ਹੋਏਗਾ। when l will be equal to 0 just like s orbital ਦੇ ਲਈ ਇਹਦੀ ਸ਼ੇਪ ਅਲੱਗ ਹੋ ਜਾਏਗੀ, p orbital ਦੇ ਲਈ ਇਹਦੀ ਸ਼ੇਪ ਅਲੱਗ ਹੋ ਜਾਏਗੀ, d orbital ਦੇ ਲਈ ਇਹ ਅਲੱਗ ਤਰ੍ਹਾਂ ਬਿਹੇਵ ਕਰੇਗਾ। ਸੋ ਇਹਦੀ ਜਿਹੜੀ એનર્ਜੀਜ਼ ਹੈ ਉਹ ਅਲੱਗ-ਅਲੱਗ ਆਣਗੀਆਂ ਬਿਕੋਜ਼ ਅਗਰ l ਅਲੱਗ-ਅਲੱਗ ਹੋ ਗਿਆ ਉਹਦੇ ਕੋਰਸਪੋਂਡਿੰਗ ਇਹਦੀ ਜਿਹੜਾ 0 ਹੋ ਗਿਆ ਜਾਂ ਕੋਰਸਪੋਂਡਿੰਗ ਇਹਦੀ ਵੈਲਿਊ ਚੇਂਜ ਕਰ ਗਈ ਤਾਂ k ਕੀ ਆ ਜਾਏਗਾ ਬੇਟਾ k r ਦੀ ਵੈਲਿਊ ਚੇਂਜ ਕਰ ਜਾਏਗੀ ਬਿਕੋਜ਼ l = 0 ਦੇ ਕੋਰਸਪੋਂਡਿੰਗ ਇਹ ਕਿੱਥੇ ਜਾ ਕੇ 0 ਹੋਏਗਾ ਇਹਦੀ शेप ਤੇ ਡਿਪੈਂਡ ਕਰੇਗਾ। ਤੁਸੀਂ ਬੈਸਲ ਫੰਕਸ਼ਨ ਸਪੈਸ਼ਲ ਫੰਕਸ਼ਨ ਐਮਬੈਸੀ ਫਸਟ ਈਅਰ ਦੇ ਵਿੱਚ ਚੈੱਕ ਕਰ ਸਕਦੇ ਹੋ, ਉਹਦੇ ਵਿੱਚ ਦਿੱਤਾ ਹੋਇਆ। ਸੋ ਇਹਦੀ ਵੈਲਿਊ ਜਿਹੜੀ ਡਿਸਾਈਡ ਕੀਤੀ ਜਾਏਗੀ ਉਹਦੇ ਕੋਰਸਪੋਂਡਿੰਗ k ਐਂਡ r ਦੀ ਵੈਲਿਊ ਆਏਗੀ। ਐਂਡ ਅਗਰ k ਐਂਡ r ਦੀ ਵੈਲਿਊ ਅਗਰ ਆਪਾਂ ਨੂੰ ਪਤਾ ਲੱਗ ਜਾਂਦੀ ਹੈ ਤਾਂ k ਕੀ ਹੁੰਦਾ ਬੇਟਾ ਇਟ ਇਜ਼ 2m/h² ਇਨਟੂ e ਦੇ ਬਰਾਬਰ ਹੋਏਗਾ। ਸੋ k² ਇਜ਼ ਨਥਿੰਗ ਬਟ this factor। ਅਗਰ k ਦੀ ਵੈਲਿਊ ਪਤਾ ਲੱਗ ਗਈ ਤਾਂ ਆਪਾਂ ਨੂੰ એનર્ਜੀ ਦੀ ਵੈਲਿਊ ਪਤਾ ਲੱਗ ਗਈ। ਅਗਰ એનર્ਜੀ ਦੀ ਵੈਲਿਊ ਪਤਾ ਲੱਗ ਜਾਂਦੀ ਹੈ ਤਾਂ we need
to explore what are the magic numbers. So ultimately ਆਪਾਂ ਇਹਦੇ ਵਿੱਚ ਸਿਰਫ ਤੇ ਸਿਰਫ એનર્ਜੀ ਦੀ ਵੈਲਿਊ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ and we only require value of the Bessel function corresponding to different values of the orbital angular momentum. ठीक है जी। सो के की वैल्यू लिखी हुई है बेटा, अगर के की वैल्यू पता लग गई तो अपने को एनर्जी की वैल्यू आ जाएगी। सो एनर्जी आइगन वैल्यूज आर डिटरमिन्ड बाय द बाउंड्री कंडीशन एट द वैल्यू r इज इक्वल टू कैपिटल R। ਇਹ ਤੁਹਾਨੂੰ ਮੈਂ ਆਲਰੇਡੀ ਦੱਸਿਆ ਹੋਇਆ, ਜਦੋਂ ਬਾਉਂਡਰੀ ਦੇ ਉੱਪਰ ਡਿਪੈਂਡ ਕਰਾਂਗੇ, ਅਗਰ ਬਾਉਂਡਰੀ ਤੇ ਜਾਵਾਂਗੇ ਤਾਂ ਤੁਹਾਡਾ ਬੈਸਲ ਫੰਕਸ਼ਨ 0 ਹੋ ਜਾਏਗਾ, ਜਸਟ ਲਾਈਕ ਅ ਵੇਵ ਫੰਕਸ਼ਨ। ਅਗਰ 0 ਹੋ ਗਿਆ ਤਾਂ ਉਹਦੇ ਵਿੱਚ ਕੋਈ ਨਾ ਕੋਈ ਵੈਲਿਊ ਆਏਗੀ, ਜਸਟ ਲਾਈਕ 2.8 1.2 1.3 और समथिंग लाइक दैट, ਉਹਦੇ ਕੋਰਸਪੋਂਡਿੰਗ ਆਪਣੇ को એનર્ਜੀ ਦੀ ਵੈਲਿਊ ਆ ਜਾਏਗੀ। ठीक है जी। सो ਇਹਦੇ ਕੋਰਸਪੋਂਡਿੰਗ ਆਪਣੇ ਕੋਲ ਡੀ ਜਨਰੇਸੀ ਕੀ ਆਏਗੀ ਆਰਬਿਟਲ ਦੀ, ਬਿਕੋਜ਼ ਇਹਦੇ ਵਿੱਚ ਆਪਾਂ ਸਿਰਫ ਐਲ ਆਰਬਿਟਲ ਐਂਗੂਲਰ ਮੋਮੈਂਟਮ ਲੈ ਕੇ ਚੱਲ ਰਹੇ ਹਾਂ। ਇਹਦੇ ਵਿੱਚ ਐਨ ਹੋਰ ਕੁਝ ਨਹੀਂ ਹੈ ਬੇਟਾ, ਨੰਬਰ ਆਫ ਨੋਡਸ ਹੈ ਜਾਂ ਸੌਰੀ ਨੋਡਸ ਨੂੰ ਕੋਰਸਪੋਂਡ ਕਰਦਾ ਹੈ, ਕਿੰਨੀਆਂ ਤੁਹਾਡੇ ਕੋਲ ਨੋਡਸ ਹੋ ਜਾਂਦੀਆਂ। ਇਹ ਪ੍ਰਿੰਸੀਪਲ ਕੁਆਂਟਮ ਨੰਬਰ ਨਹੀਂ ਹੈ ਬੇਟਾ, ਐਲ ਤੁਹਾਡੇ ਕੋਲ ਉਹਦੇ ਕੋਰਸਪੋਂਡਿੰਗ ਸਪੈਸ਼ਲ ਫੰਕਸ਼ਨ ਦਾ ਐਲ ਵੇਰੀਏਬਲ ਹੈ। ਠੀਕ ਹੈ ਜੀ। तो ਲੈਵਲ ਐਲ ਇਜ਼ 2 into 2l plus 1 fold ਡੀਜਨਰੇਸੀ ਤੁਹਾਡੇ ਕੋਲ ਆ ਜਾਏਗੀ। ਸੋ ਇਹ ਤੁਹਾਡੇ ਕੋਲ ਡੀਜਨਰੇਸੀ ਆਏਗੀ ਹਰੇਕ ਆਰਬਿਟਲ ਦੇ ਵਿੱਚ ਇੰਨੇ ਨੰਬਰ ਆਫ ਨਿਊਕਲੀਅਸ ਐਗਜ਼ਿਸਟ ਕਰਨਗੇ। ਸੋ ਕਲੋਜ਼ਡ ਸ਼ੈਲ ਅਕਰਸ ਫॉर ਨਿਊਟਰੋਨ ਔਰ ਪ੍ਰੋਟੋਨਸ corresponding to l is equal to 0, l is equal to 1 and l is equal to t, namely add the numbers 2 at b। so इन्हें अगर ਤੁਸੀਂ ਸਮ ਕਰਨ ਦੀ ਕੋਸ਼ਿਸ਼ ਕਰੋਗੇ, l is equal to 0 ਪੁੱਟ ਕਰੋਗੇ ਬੇਟਾ ਤਾਂ ਆਨਸਰ ਕੀ ਆਏਗਾ 2, l is equal to 1 ਪੁੱਟ ਕਰੋਗੇ ਤਾਂ ਆਨਸਰ ਕੀ ਆਏਗਾ, कितना आएगा बेटा l is equal to 1, so it will be 2 plus 1 3 हो गया, 3 into 2 6 हो गया। so plus समेशन पई हुई है, पहला कितना ਸੀਗਾ 2, so 2 plus 6 कितना हो गया बेटा 8। so similarly जिन्ना भी नंबर आएगा ਉਹਨਾਂ ਸਾਰਿਆਂ ਨੂੰ ਸਮ ਕਰਦੇ ਜਾਓ ਤਾਂ ਤੁਹਾਡੇ ਕੋਲ ਨੰਬਰ ਆਉਣ ਲੱਗ ਜਾਣਗੇ। so it will be 2 plus 8 2 plus 6 8 ਹੋ ਗਿਆ, 8 plus 12 20 ਹੋ ਗਿਆ and more ਤੁਹਾਡੇ ਕੋਲ ਨੰਬਰ ਆਉਂਦੇ ਜਾਣਗੇ। तो l ਦੇ ਕੋਰਸਪੋਂਡਿੰਗ ਤੁਹਾਡੇ ਕੋਲ ਕੀ ਆ ਗਿਆ ਬੇਟਾ s ਆਰਬਿਟਲ, 1 ਦੇ ਕੋਰਸਪੋਂਡਿੰਗ p ਆਰਬਿਟਲ, 2 ਦੇ ਕੋਰਸਪੋਂਡਿੰਗ ਤੁਹਾਡੇ ਕੋਲ d ਆਰਬਿਟਲ ਆ ਜਾਏਗੀ। तो ਤੁਹਾਡੇ ਕੋਲ ਨੰਬਰ ਆਫ ਜਿਹੜੇ ਨਿਊਕਲੀਅਸ ਆ ਵੱਧਦੇ ਜਾਣਗੇ। ਸੋ ਇਹਦੀ ਕੋਰਸਪੋਂਡਿੰਗ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ। ਇਹਦੇ ਵਿੱਚ ਤੁਹਾਡੇ ਕੋਲ ਵੇਰੀਏਬਲ ਨੰਬਰਸ ਲਿਖੇ ਹੋਏ ਆ, n ਲਿਖਿਆ ਹੋਇਆ, l ਲਿਖਿਆ ਹੋਇਆ, ਉਸ ਤੋਂ ਬਾਅਦ ਥਰਡ ਟਰਮ ਨੰਬਰ ਆਫ ਨਿਊਕਲੀਅਸ ਆ ਗਏ, ਉਸ ਤੋਂ ਬਾਅਦ ਟੋਟਲ ਨੰਬਰ ਆਫ ਨਿਊਕਲੀਅਸ ਆ ਗਏ। ਇਸ ਵੇਰੀਏਬਲ ਦੀ ਵੈਲਿਊ ਹੋ ਗਈ, ਜਿਹਨੂੰ ਮੈਂ ਆਲਰੇਡੀ ਦੱਸਿਆ ਹੋਏਗਾ, ਬਿਕੋਜ਼ k into r ਕੀ ਹੈ ਸਫੈਰਿਕਲ ਬੈਸਲ ਫੰਕਸ਼ਨ ਦਾ ਵੈਲਿਊ ਹੈ ਐਟ ਦੀ ਨੋਡ। ਅਗਰ n is equal to 1 ਆ ਗਿਆ ਤਾਂ ਉਹਦੀ ਕੋਰਸਪੋਂਡਿੰਗ ਨੋਡ ਦੇ ਵਿੱਚ 3.14 ਵੈਲਿਊ ਹੋਏਗੀ, 4.49 ਹੋਏਗੀ, ਉਹਦੇ ਕੋਰਸਪੋਂਡਿੰਗ ਇਹਨਾਂ ਦੀਆਂ ਵੈਲਿਊਜ਼ ਆਣਗੀਆਂ। ਸੋ ਯੂ ਕੈਨ ਚੈੱਕ ਕਿ ਇੱਥੇ ਆਪਣੇ ਕੋਲ ਵੈਲਿਊ ਕਿੰਨੀ ਹੈ। ਇਹ ਟੋਟਲ ਨੰਬਰ ਆਫ ਨਿਊਕਲੀਅਸ ਹੈ, ਆਪਣੇ ਕੰਮ ਦੀ ਚੀਜ਼ ਸਿਰਫ ਇਹੀ ਹੈ। ਠੀਕ ਹੈ ਜੀ। ਸੋ ਆਪਣੇ ਕੋਲ ਪਾਰਟੀਕਲ ਨੰਬਰ ਕਿੰਨੇ ਆ ਗਏ ਬੇਟਾ 2 ਆ ਗਿਆ, ਉਸ ਤੋਂ ਬਾਅਦ 8 ਹੋ ਗਿਆ ਬੇਟਾ, 8 ਤੋਂ ਬਾਅਦ 18 ਹੋ ਗਿਆ, 18 ਤੋਂ ਬਾਅਦ बेटा 20 हो गया, 20 ਤੋਂ ਬਾਅਦ 34 40 58 68 70 92 106 112 138 and 156। तो ये सारे अपने को नंबर ऑफ न्यूक्लियस आ गए। लेकिन हुण अपने को की है बेटा मैजिक नंबर्स, दीज आर 2 8 20 50 82 126। लेकिन अपने को की आ गया बेटा इतने मैजिक नंबर की दिखा रहे हैं 34 40 58 68 92 and many more। मतलब की है ये सिर्फ फर्स्ट 3 मैजिक नंबर ही एक्सप्लेन कर पाएगा। ओनली 2 8 18 नॉट 18 इट इज 20। ठीक है जी। सो 3 मैजिक नंबर एक्सप्लेन कर पाता है, बाकी कोई भी मैजिक नंबर ये एक्सप्लेन नहीं कर पाता। उस तो बाद बेटा आता है हार्मोनिक ऑसिलेटर पोटेंशियल वेल। तो हार्मोनिक ऑसिलेटर की है कि बेटा एक अपवर्ड पैराबोला होता है। ठीक है जी, जिहदी एक्सिस है वो बाई एक्सिस के अकॉर्डिंग होती है, v इज इक्वल टू हाफ m ओमेगा स्क्वायर r स्क्वायर के बराबर होती है। सो ਇਹਦੇ ਵਿੱਚ ਕੀ ਹੈ बेटा ਤੁਹਾਡੇ ਕੋਲ ਜਦੋਂ ਇਹਦੀ ਵੈਲਿਊ ਵਗੈਰਾ ਫਿਲ ਕਰੋਗੇ ਤਾਂ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਕੀ ਆਏਗਾ। ਇਹਦੇ ਵਿੱਚ ਕੀ ਹੈ बेटा ਜਿਹੜਾ ਤੁਹਾਡੇ ਕੋਲ ਸਫੈਰਿਕਲ ਬੈਸਲ ਫੰਕਸ਼ਨ ਸੀ ਸੇਮ ਐਨਾਲੋਜੀ ਦੇ ਉੱਪਰ ਆਪਣੇ ਕੋਲ ਲਿਖਿਆ ਹੋਏਗਾ। ਜਿਹੜਾ ਤੁਹਾਡੇ ਕੋਲ ਰੇਡੀਅਲ ਪਾਰਟ ਹੈ ਇਟ ਵਿਲ ਬੀ ਇਕੁਅਲ ਟੂ r ਡਿਵਾਈਡਡ ਬਾਈ r। ਤੁਹਾਡੇ ਕੋਲ ਰੇਡੀਅਲ ਪਾਰਟ ਬਿਲਕੁਲ ਹੀ ਵੱਖਰਾ ਕਰ ਦਿੱਤਾ ਗਿਆ ਹੈ ਐਂਡ ਤੁਹਾਡੇ ਕੋਲ ਜਿਹੜਾ ਰੇਡੀਅਲ ਸੋਲੂਸ਼ਨ ਹੈ ਇਟ ਵਿਲ ਬੀ ਇਕੁਅਲ ਟੂ ਜਿਹੜਾ r ਡਿਵਾਈਡਡ ਬਾਈ r ਦੇ ਬਰਾਬਰ ਹੋ ਜਾਏਗਾ। ਅਗਰ ਤੁਸੀਂ ਰੇਡੀਅਲ ਪਾਰਟ ਦਾ ਸੋਲੂਸ਼ਨ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਸ ਤਰ੍ਹਾਂ ਦਾ ਆਏਗਾ। ਉਹਦੇ ਕਾਫੀ ਸਾਰੇ ਪੈਰਾਮੀਟਰ ਲਿਖੇ ਹੋਏ ਹੈ, ਲੇਕਿਨ ਆਪਾਂ ਕਦੇ ਵੀ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ, ਆਪਾਂ ਸਿਰਫ ਤੇ ਸਿਰਫ ਇਹਨਾਂ ਦਾ ਸੋਲੂਸ਼ਨ ਦੇਖਾਂਗੇ। तो ਇਹਦਾ ਸੋਲੂਸ਼ਨ ਕੀ ਹੋ ਗਿਆ बेटा बिकॉज ਜਿਹੜਾ ਤੁਹਾਡੇ ਕੋਲ
स्फेरिकल हार्मोनिक ऑसिलेटर पोटेंशियल है, सिमेट्रिकल हार्मोनिक ऑसिलेटर है, ਉਹਦੇ ਕੋਲ ਕੋਰਸਪੋਂਡਿੰਗ ਥੀਟਾ ਦੇ ਫਾਈ ਸਿਮੈਟ੍ਰਿਕਲ ਹੋ ਗਏ ਐਂਡ ਇਸ ਕੋਰਸਪੋਂਡਿੰਗ ਆਪਣੇ ਕੋਲ ਕੋਈ ਰਿਜ਼ਲਟ ਨਹੀਂ ਆਏਗਾ ਐਂਡ ਲੇਕਿਨ ਆਪਣੇ ਕੋਲ ਜਿਹੜਾ ਰੇਡੀਅਲ ਪਾਰਟ ਹੈ ਉਹਦਾ ਸੋਲੂਸ਼ਨ ਵੈਲਿਡ ਹੋਏਗਾ ਐਂਡ ਡਿਵਾਈਡਡ ਬਾਈ r ਇਸ ਕਰਕੇ ਆ ਰਿਹਾ ਬਿਕੋਜ਼ ਉਹਨੇ ਜਿਹੜਾ ਪਾਰਟ ਲਿਆ ਸੀਗਾ ਉਹ r ਦੇ ਨਾਲ ਲਿਆ ਸੀਗਾ ਐਂਡ ਡਿਵਾਈਡਡ ਬਾਈ r ਉਹਨੂੰ ਪਾਉਣਾ ਪਏਗਾ ਬਿਕੋਜ਼ ਇਹਦੇ ਉੱਪਰ ਉਹਨੇ ਲਿਖਿਆ ਹੋਇਆ ਆਟੋਮੈਟਿਕਲੀ ਲਿਖਿਆ ਹੋਇਆ so this is equal to radial part is equal to r wave function divided by small r ठीक है जी सो ਇਹਨੂੰ ਆਪਾਂ ਇਨਕਲੂਡ ਕਰਕੇ ਅਗਰ ਆਪਾਂ ਫਾਈਂਡ ਆਊਟ એનર્ਜੀ ਵੈਲਿਊ ਵਗੈਰਾ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਣੇ ਕੋਲ ਕੀ ਆਉਂਦਾ ਹੈ ਬੇਟਾ h cross omega ਕੈਪੀਟਲ ਲੈਮਡਾ ਇਹਨੂੰ ਆਪਾਂ ਕੈਪੀਟਲ ਲੈਮਡਾ ਕਹਿੰਦੇ ਹਾਂ ਬੇਟਾ plus 3/2 ਦੀ ਵੈਲਿਊ ਆਏਗੀ and it will be equal to energy values ਸੋ ਆਪਣੇ ਕੋਲ ਕੀ ਹੈ ਬੇਟਾ ਲੈਮਡਾ ਦੀ ਵੈਲਿਊ ਕੀ ਹੋ ਜਾਏਗੀ ਬੇਟਾ 2n plus l minus 2 ਦੇ ਬਰਾਬਰ ਹੋ ਜਾਏਗਾ ਸੋ ਡਿਪੈਂਡਿੰਗ ਔਨ ਦੀ वैल्यू ऑफ n and l अपने को ओमेगा दी वैल्यू डिसाइड होएगी सो अपने को की है ओमेगा कैन बी इक्वल टू 1 ओमेगा कैन बी इक्वल टू 2 ओमेगा कैन बी इक्वल टू 3 ਹੁਣ ਇੱਥੇ ਆਪਾਂ ਕੀ ਕਰਾਂਗੇ ओमेगा इक्वल टू 1 कैन बी डिसाइडेड बाय यूजिंग n is equal to 0 l is equal to minus l is equal to 2 ਦੇ ਕੋਰਸਪੋਂਡਿੰਗ ਡਿਜ਼ਾਈਨ ਕੀਤਾ ਜਾ ਸਕਦਾ ਹੈ ओमेगा is equal to 2 ਦੀ ਵੈਲਿਊ ਡਿਸਾਈਡ ਕੌਣ ਕਰੇਗਾ ਬੇਟਾ n and l so there can be many values of n and l corresponding to a given value of lambda ਇਸ ਕਰਕੇ ਆਪਣੇ ਕੋਲ ਡੀਜਨਰੇਟ ਸਟੇਟਸ ਵੀ ਐਗਜ਼ਿਸਟ ਕਰਨਗੀਆਂ ਸੋ ਸੇਮ એનર્ਜੀ ਦੇ ਉੱਪਰ ਕਾਫੀ ਸਾਰੀਆਂ ਵੈਲਿਊਜ਼ ਐਗਜ਼ਿਸਟ ਕਰਨਗੀਆਂ ਸੋ ओमेगा ਸੇਮ ਹੋ ਗਿਆ ਲੇਕਿਨ n and l ਦੀ ਵੈਲਿਊ ਡਿਫਰੈਂਟ ਹੋ ਸਕਦੀ ਹੈ ਠੀਕ ਹੈ ਜੀ ਸੋ ਸੇਮ એનર્ਜੀ ਦੇ ਕੋਰਸਪੋਂਡਿੰਗ ਆਪਣੇ ਕੋਲ ਕਾਫੀ ਸਾਰੀਆਂ ਸਟੇਟਸ ਰਿਪਰੈਜ਼ੈਂਟ ਹੋਣਗੀਆਂ ਸੋ ਇਸ ਭਾਈ ਸਾਹਿਬ ਨੇ ਆਪਣੇ ਕੋਲ ਬੇਟਾ ਟੇਬਲ ਵੀ ਬਣਾਇਆ ਹੋਇਆ ਹੈ ਪ੍ਰੋਪਰਲੀ ਅਗਰ ਉਹਨੂੰ ਆਪਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੀਏ lambda is equal to 0 1 2 3 4 5 and 6 ਆ એનર્ਜੀ ਆਈਗਨ ਵੈਲਿਊ ਨੇ ਲਿਖ ਦਿੱਤੀ ਹੈ ਬੇਟਾ ਉਹਦੇ ਕੋਰਸਪੋਂਡਿੰਗ ਡੀਜਨਰੇਟ ਸਟੇਟਸ ਆਪਣੇ ਕੋਲ ਕਿਹੜੀਆਂ ਆਣਗੀਆਂ ਤੁਸੀਂ ਇਹਨੂੰ ਫਿਲ ਆਊਟ ਕਰਕੇ ਦੇਖ ਸਕਦੇ ਹੋ ਬੇਟਾ lambda is equal to 0 ਕਿੰਨੇ ਦੇ ਕੋਰਸਪੋਂਡਿੰਗ ਬਣੇਗਾ ਐਂਡ lambda is equal to 1 and l ਦੇ ਕੰਬੀਨੇਸ਼ਨ ਬਣਾ ਕੇ ਦੇਖ ਲਿਓ ਕਿੰਨੇ ਆਏਗੇ ਉਸ ਤੋਂ ਬਾਅਦ 2 ਦੇ ਕੋਰਸਪੋਂਡਿੰਗ ਇਹਦੇ ਕੋਰਸਪੋਂਡਿੰਗ ਕਿੰਨੇ ਕੰਬੀਨੇਸ਼ਨ ਬਣਨਗੇ l is equal to 0 ਹੋਏਗਾ n is equal to 2 ਹੋਏਗਾ n is equal to 1 ਹੋ ਗਿਆ ਤਾਂ l is equal to 2 ਹੋ ਜਾਏਗਾ ਉਹਦੇ ਕੋਰਸਪੋਂਡਿੰਗ ਆਪਣੇ ਕੋਲ ਇਹ ਸਾਰੇ ਕੰਬੀਨੇਸ਼ਨ ਡਿਸਾਈਡ ਹੋਣਗੇ ਸੋ ਟੋਟਲ ਨੰਬਰ ਆਫ ਪਾਰਟੀਕਲਸ ਇਨ ਲੈਮਡਾ ਸੋ ਇਹਦੇ ਕੋਰਸਪੋਂਡਿੰਗ ਇਹਦੇ ਵਿੱਚ 2 ਪਾਰਟੀਕਲ ਹੈ ਬੇਟਾ 2s ਦੇ ਵਿੱਚ d ਵਾਲੀ ਆਰਬਿਟਲ 'ਚ 10 ਪਾਰਟੀਕਲ ਹੋਣਗੇ 10 + 2 ਕਿੰਨੇ ਹੋਗੇ ਬੇਟਾ ਇਹਦੇ ਵਿੱਚ 12 ਪਾਰਟੀਕਲ ਹੋਗੇ p ਆਰਬਿਟਲ ਦੇ ਵਿੱਚ ਕਿੰਨੇ ਹੋਣਗੇ ਬੇਟਾ 6 ਪਾਰਟੀਕਲ ਹੋਣਗੇ s ਆਰਬਿਟਲ ਦੇ ਵਿੱਚ 2 ਪਾਰਟੀਕਲ ਹੋਣਗੇ तो ਸਾਰੇ ਪਾਰਟੀਕਲ ਜਿਹੜੇ ਹੈ ਜਦੋਂ ਆਪਾਂ ਉਹਨੂੰ ਸਮ ਕਰਨ ਦੀ ਕੋਸ਼ਿਸ਼ ਕਰਾਂਗੇ 2 + 6 8 ਹੋ ਗਏ ਬੇਟਾ 8 ਜਮਾ 12 ਕਿੰਨੇ ਹੋ ਗਏ 8 ਜਮਾ 12 ਆਪਣੇ ਕੋਲ 20 ਹੋ ਗਏ ਸੌਰੀ 20 ਜਮਾ 20 ਕਿੰਨੇ ਹੋ ਗਏ ਬੇਟਾ 40 ਹੋ ਗਏ 40 ਜਮਾ 30 70 ਹੋ ਗਏ 70 + 42 112 ਹੋ ਗਿਆ 112 + 56 168 ਹੋ ਗਿਆ ਸੋ ਅਗਰ ਆਪਾਂ ਇਹਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੀਏ ਕਿੰਨੇ ਐਕਸਪਲੇਨ ਕਰ ਪਾਉਂਦਾ ਹੈ ਤਾਂ ਅਲਟੀਮੇਟਲੀ ਇਹ ਪਹਿਲੇ ਸਿਰਫ ਤਿੰਨ ਹੀ ਮੈਜਿਕ ਨੰਬਰ ਐਕਸਪਲੇਨ ਕਰ ਪਾਏਗਾ ਬਿਕੋਜ਼ ਇੱਥੇ 50 ਹੋਣਾ ਚਾਹੀਦਾ ਸੀ ਲੇਕਿਨ ਇੱਥੇ 40 ਆਂਦਾ ਹੈ so ultimately whether it is spherical potential whether it is square well potential or it is harmonic oscillator potential ਇਹ ਕਿਤੇ ਵੀ ਆਪਣੇ ਜਿਹੜੇ ਮੈਜਿਕ ਨੰਬਰ ਨੂੰ ਪ੍ਰੋਪਰਲੀ ਐਕਸਪਲੇਨ ਨਹੀਂ ਕਰ ਪਾਉਂਦਾ ਇਹ ਸਿਰਫ ਤਿੰਨ ਮੈਜਿਕ ਨੰਬਰ ਹੀ ਪ੍ਰੋਪਰਲੀ ਐਕਸਪਲੇਨ ਕਰ ਪਾਉਂਦਾ ਸੋ ਅੱਜ ਦੀ ਡੇਟ ਦੇ ਲਈ ਬੇਟਾ ਇੰਨਾ ਹੀ ਬਹੁਤ ਹੈ ਬਾਕੀ ਚੀਜ਼ਾਂ ਆਪਾਂ ਨੈਕਸਟ ਟਾਈਮ ਟਰਾਈ ਕਰਾਂਗੇ ਇਹ ਚੀਜ਼ਾਂ ਚੱਲਦੀਆਂ ਹੀ ਰਹਿਣਗੀਆਂ अगर ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਡਿਟੇਲ ਦਾ ਲੈਕਚਰ ਚਾਹੀਦਾ ਹੈ ਤਾਂ ਉਹ ਇੱਕ ਉਹਨੇ ਸਿਰਫ ਸਰਵਿਸ ਸਕ੍ਰੈਚਿੰਗ ਕੀਤੀ ਹੋਈ ਹੈ ਤੇ ਮੈਥਡੋਲੋਜੀ ਉਹਨਾਂ ਨੇ ਪ੍ਰੋਪਰਲੀ ਐਕਸਪਲੇਨ ਨਹੀਂ ਕੀਤੀ ਤਾਂ ਐਸੀ ਪਰਮਾਨੈਂਟ ਤੁਸੀਂ ਲੈਕਚਰ ਦੇਖ ਸਕਦੇ ਹੋ ਸੋ ਬੁੱਕਿਸ਼ ਲੈਂਗੁਏਜ ਜਿਹੜੀ ਹੈ ਬੁੱਕ ਨੋਟਸ ਜਿਹੜੇ ਹੈ ਉਹ ਤੁਹਾਨੂੰ ਮੈਂ ਆਲਰੇਡੀ WhatsApp ਦੇ ਵਿੱਚ ਭੇਜ ਦਿੱਤੇ ਹੈ ਗਰੁੱਪ ਦੇ ਵਿੱਚ ਭੇਜੇ ਹੋਏ ਹੈ ਅਗਰ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਬੇਟਾ ਤਾਂ ਆਪਾਂ ਨੈਕਸਟ ਟਾਈਮ ਡਿਸਕਸ ਕਰ ਲਾਂਗੇ ਸੋ ਥੈਂਕ ਯੂ ਵੈਰੀ ਮਚ ਅਗਰ ਕੋਈ ਡਾਊਟਸ ਵਗੈਰਾ ਹੈਗੇ ਆ ਬੇਟਾ ਤਾਂ ਮੈਨੂੰ ਹੁਣੇ ਦੱਸ ਦਿਓ